ਸਰਹੱਦੇ ਪੰਜਾਬ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਰਵਿੰਦਰ ਸਿੰਘ ਭਾਟੀਆ। 26 ਜਨਵਰੀ ਨੂੰ ਲਾਲ ਕਿਲੇ ਤੇ ਝੰਡਾ ਚਲਾਉਣ ਵਾਲੇ ਭਾਈ ਜੁਗਰਾਜ ਸਿੰਘ ਨੂੰ ਪੱਕੀ ਬੇਲ ਮਿਲਣ ਤੇ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ ਤੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਸੁਖਮਨੀ ਸਾਹਿਬ ਦੇ ਪਾਠ। ਸ਼ੁਕਰਾਨਾ ਸਮਾਗਮ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਦੀਪ ਸਿੱਧੂ ਵੀ ਹੋਏ ਸ਼ਾਮਲ। ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਹ ਵਿਖੇ ਭਾਈ ਜੁਗਰਾਜ ਸਿੰਘ ਜੀ ਵੱਲੋਂ ਰੱਖੇ ਸ਼ੁਕਰਾਨਾ ਸਮਾਗਮ ਵਿੱਚ ਨੌਜਵਾਨ ਦਿਲਾਂ ਦੀ ਧੜਕਣ ਦੀਪ ਸਿੱਧੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਹਰਪਾਲ ਸਿੰਘ ਬਲੇਰ, ਪੰਜ ਆਬ ਐਸੋਸੀਏਸ਼ਨ ਦੇ ਪਰਮਜੀਤ ਸਿੰਘ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਸਤਕਾਰ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਸੋਹਲ, ਸਾਬਕਾ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਬਲਦੇਵ ਸਿੰਘ ਵਡਾਲਾ, ਹਰਦੀਪ ਸਿੰਘ ਮਹਿਰਾਜ, ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਆਦਿ ਸ਼ਾਮਲ ਹੋਏ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਦੀਪ ਸਿੱਧੂ ਵੱਲੋਂ ਵੀ ਭਾਈ ਜੁਗਰਾਜ ਸਿੰਘ ਨੂੰ ਕੀਤਾ ਗਿਆ ਸਨਮਾਨਿਤ। ਇਸ ਸਮਾਗਮ ਵਿੱਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਲਾਲ ਕਿਲੇ ਤੇ ਕੇਸਰੀ ਝੰਡਾ ਚਲਾਉਣਾ ਕੋਈ ਸੋਚੀ ਸਮਝੀ ਸਾਜ਼ਿਸ਼ ਨਹੀਂ ਸੀ ਅਤੇ ਨਾ ਹੀ ਕੋਈ ਤਿਰੰਗੇ ਝੰਡੇ ਦਾ ਅਪਮਾਨ ਕਰਨਾ ਸੀ, परंतु इस वेले सिख कौम अपनी होंद बचाउण लई संघर्ष कर रही है अते जे इस संघर्ष विचों अपनी होंद बचाउण विच कामयाब हो जाती है तो उसके चिन्हां दा प्रगटावा पूरी दुनिया विच होवेगा। धन धन साहिब श्री गुरु ग्रंथ साहिब की पावन गोद विच बैठी साध संगत जी, पुत्रा दे दानी की फतेह अर्ज कर लग्या। गज के बुलाए वाहिगुरू जी का खालसा वाहिगुरू जी की फतेह। सत्कारयोग खालसा जी, ये नगर जदों पट्टी का सूबेदार साडियां अपनियां घोड़ियां छड्ड के ते सिखां दे खेत उजाड़ दिंदा सी ते रल के सारे ने बेनती की सूबेदार जी अपनियां घोड़ियां बन लो, साडे खेत जिहड़े आ ये कुत्तां नूं प्यारी जिहड़ी फसल पाली इहनूं तबाह कर दिंदे आ। ते उस सूबेदार ने की कहा तुहाडे सिखां दे केस कट के रस्से वटांगा तो फिर ये घोड़ियां बनांगा। ते फिर किहड़े योधे उठे, बाबा तारा सिंह जी वाह, इन्हां ने घोड़ियां भी बन लिया ते सूबेदार नूं ललकारता कि आ तेरे नाल दो हत्थ करिए ते फिर कीते। उन्हां दी धरती ते बैठे आ ते उत्थों जगराज वर्गे सिंह पैदा क्यों ना होण। 26 तरीक नूं जदों सरदार जुगराज सिंह मान ते गुरजंट सिंह तलवंडी ने इन्हां ने उत्थे लाल किले ते साडा केसरी निशान साहब चलाया। साध संगत जी, उदों जिथे जिथे कोने कोने दे विच वसदे सिख उन्हां दा मन खुश होया, दग दग करदा मन उन्हां दा। इह जोधे वल नजरा सी, वां पिंड वल नजरा सी कि 37 साल बाद 1984 तो बाद 37 साल बाद साडियां अंदरां नूं ठंड पई जदों अपना तिरंगा झंडा साडे दरबार साहब नूं ढा के ते इहदी CRP इहदी आर्मी इंडिया दी आर्मी उत्थे चढ़ा के गई सी। पर उस तो बाद ये 26 तरीक जदन सिखां दे अंदरां नूं ठंड पई है। सत्कारयोग खालसा जी, जिथे श्रोमणी अकाली दल अंमृतसर के कौमी प्रधान सरदार सिमरनजीत सिंह मान उन्होंने अपना फर्ज पछाड़िया ते मैनूं 26 तरीक नूं रात फोन आया ते 27 तरीक नूं वां पिंड पहुंचना। गुरु साध संगत जी, गज के फतेह बुलाओ। वाहिगुरू जी का खालसा वाहिगुरू जी की फतेह। शुकराना समारोह ਜਾਂ ਸਮਾਗਮ। सब तो पहला शुकराना
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨੇ ਸਾਡੀ ਰੱਖ ਲਈ, ਗੁਰਪੂਰੇ ਮੇਰੀ ਰਾਖ ਲਈ। ਇਹ ਸਾਡੀ ਇੱਜ਼ਤ ਰੱਖ ਲਈ ਕਿ ਇਹਨਾਂ ਦੀ ਬੇਲ ਜਿਹੜੀ ਆ ਉਹ ਬਾਹਰੋਂ ਬਾਹਰ ਹੋ ਗਈ। ਸਭ ਤੋਂ ਵੱਡਾ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਦੂਜੀ ਗੱਲ, ਸ਼ੁਕਰਾਨਾ ਪੰਜਾਬ ਲਾਇਰਸ ਐਸੋਸੀਏਸ਼ਨ, ਕੰਵਰਪਾਲ ਸਿੰਘ ਜੀ ਦਲ ਖਾਲਸਾ ਸੰਪਰਕ ਕਰਦੇ ਨੇ ਜਸਪਾਲ ਸਿੰਘ ਮੰਝਪੁਰ ਨੂੰ। ਮੰਝਪੁਰ ਸਾਹਿਬ ਮੈਨੂੰ ਕਹਿੰਦੇ ਨੇ ਤੇ ਇਹ ਸੇਵਾ ਮੇਰੇ ਜਿੰਮੇ ਲਾਤੀ ਗਈ। ਇਹ ਗੁਰੂ ਰਾਮਦਾਸ ਜੀ ਨੇ ਆਪ ਲਗਵਾਈ। ਮੈਂ ਕੁਛ ਨਹੀਂ ਕਰ ਸਕਦੇ ਸੀ, ਸਾਡੇ ਵੱਸ ਦਾ ਕੁਛ ਨਹੀਂ। ਇੱਕ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਸਬੀਹ, ਵਡਿਆਈ ਮੈਨੂੰ ਬਖਸ਼ਣੀ ਸੀ, ਮੇਰਾ ਨਾਂ ਲੱਗ ਗਿਆ ਤੇ ਜੁਗਰਾਜ ਸਿੰਘ ਨੂੰ ਬੇਲ ਗੁਰੂ ਰਾਮਦਾਸ ਜੀ ਨੇ ਆਪ ਦਵਾਈ। ਗੁਰੂ ਰੂਪ ਸਾਧ ਸੰਗਤ ਜੀ, ਸ਼ਹੀਦਾਂ ਦੀ ਧਰਤੀ ਤੇ ਬੈਠੇ ਹਾਂ। ਉਹ ਸ਼ਹੀਦਾਂ ਦਾ ਖੂਨ ਮੈਂ ਜਦੋਂ ਪੜ੍ਹਦਾ ਹਾਂ, ਬਾਬਾ ਤਾਰਾ ਸਿੰਘ ਜੀ ਵਾਨ ਸ਼ਹੀਦ ਜੀ, ਉਹਨਾਂ ਦੇ ਨਾਲ 21-22 ਯੋਧੇ ਹੋਰ ਮੋਮਨ ਖਾਨ ਦੇ ਨਾਲ ਲੜਾਈ 'ਚ ਸ਼ਹੀਦ ਹੁੰਦੇ ਨੇ। ਇਹ ਸਹੀ ਜਗ੍ਹਾ ਦੇ ਉੱਤੇ ਉਹਨਾਂ ਦਾ ਸਥਾਨ ਹੈ। ਇਹ ਉਹਨਾਂ ਸ਼ਹੀਦਾਂ ਦੀਆਂ ਰੂਹਾਂ ਵੀ ਸਾਡੇ ਵਿੱਚ ਬੈਠੀਆਂ ਹੋਈਆਂ ਹਨ। ਇਹ ਉਹਨਾਂ ਦਾ ਵੀ ਸ਼ੁਕਰਾਨਾ ਹੈ ਜਿਨ੍ਹਾਂ ਨੇ ਸਾਨੂੰ ਜੁਗਰਾਜ ਸਿੰਘ ਨਾਮ ਦਾ ਇੱਕ ਬੰਦਾ ਜੋ ਹੈ ਇੱਥੋਂ ਹੀ ਦਿੱਤਾ। ਇਹ ਰੂਹ ਉਹਨਾਂ ਸ਼ਹੀਦਾਂ ਦੀ ਰੂਹ ਦੇ ਵਿੱਚੋਂ ਮੈਨੂੰ ਮਹਿਸੂਸ ਹੋ ਰਹੀ ਹੈ। ਔਰ ਇਹ ਕਾਰਜ ਇਹ ਵੀ ਉਹਨਾਂ ਨੇ ਆਪ ਹੀ ਕਰਵਾਇਆ ਹੈ। ਕਿਵੇਂ? ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤਲਾਇਆ, ਆਪੇ ਸਾਹੋ ਆਪੇ ਉਣਜਾਰਾ, ਆਪੇ ਵਣਜ ਕਰਾਇਆ। ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਸੰਗਤ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸੰਗਤ ਤੋਂ ਖਿਮਾ ਦੇ ਜਾਚਕਾਂ, ਸੜਕਾਂ ਬੰਦ ਸੀ, ਰੋਡ ਬੰਦ ਸੀ। ਜਿਹੜੇ ਥਾਂ ਤੋੜ ਤੋਂ ਲੰਘਦੇ, ਧਰਨੇ ਤੋਂ ਲੰਘਦੇ, ਸਾਡੇ ਕਿਸਾਨ ਵੀਰ ਉੱਥੋਂ ਕਹਿੰਦੇ ਵੀ ਸਾਡੇ ਨਾਲ 5 ਮਿੰਟ ਲਾ ਕੇ ਜਾਓ, ਬੋਲ ਕੇ ਜਾਓ। ਉਹ ਫਿਰ 5 ਮਿੰਟ 20-25 ਮਿੰਟ ਅੱਧਾ ਘੰਟਾ ਹੀ ਹੁੰਦਾ ਗਿਆ ਤੇ ਉਹਨਾਂ ਨੂੰ ਨਾਰਾਜ਼ ਵੀ ਨਹੀਂ ਕਰ ਸਕਦੇ ਸੀ। ਫਿਰ ਹਰ ਥਾਂ ਰੁਕ ਕੇ ਆਉਣਾ ਪਿਆ ਜੀ, ਕਿਉਂਕਿ ਉਹਨਾਂ ਨਾਲ ਜੇ ਉੱਤਰ ਕੇ ਗੱਲਬਾਤ ਕਰਦੇ ਸੀ, ਉਸ ਤੋਂ ਬਾਅਦ ਫਿਰ ਉਹ ਰੋਡ ਖੋਲ੍ਹਦੇ, ਫਿਰ ਉੱਥੋਂ ਲੰਘਣ ਦੀ ਆਗਿਆ ਦਿੰਦੇ। ਸੋ ਜਿਵੇਂ ਮਹਾਰਾਜ ਦਾ ਹੁਕਮ ਹੁੰਦਾ, ਉਸ ਹੁਕਮ 'ਚ ਚੱਲਣਾ ਪੈਂਦਾ। ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਏ। ਸੋ ਗੱਲ ਹੁਕਮ ਦੀ ਆ। ਗੱਲ ਸਿੱਧੀ ਸ਼ੁਰੂ ਕਰਦੇ ਆ। ਜਦੋਂ ਕਿਸਾਨੀ ਸੰਘਰਸ਼ ਦੀ ਲਾਮਬੰਦੀ ਹੋਈ ਤਾਂ ਸਾਡੇ ਪਿੰਡਾਂ 'ਚ ਬੈਠੇ ਬਜ਼ੁਰਗਾਂ ਨੇ, ਸਾਡੇ ਨੌਜਵਾਨਾਂ ਨੇ, ਸਾਡੀਆਂ ਮਾਤਾਵਾਂ ਬੈਠੀਆਂ, ਸਾਡੀਆਂ ਭੈਣਾਂ ਬੈਠੀਆਂ, ਹਰ ਇੱਕ ਸ਼ਖਸ ਨੇ ਇਸ ਧਰਤੀ ਤੇ, ਇਸ ਪੰਜਾਬ ਦੀ ਚਰਖੇ, ਇਸ ਧਰਤੀ ਤੇ ਜਿਹੜਾ ਕੋਈ ਰੂਹ ਵਸਦੀ ਆ, ਉਹਨਾਂ ਨੇ ਇਹ ਗੱਲ ਸਮਝੀ ਵੀ ਸਾਡੀ ਹੋਂਦ ਦੀ ਲੜਾਈ ਆ। ਫਿਰ ਜਦੋਂ ਕੌਮਾਂ ਹੋਂਦ ਦੀ ਲੜਾਈ ਲੜਦੀਆਂ, ਕਿੱਥੋਂ ਲੜਦੀਆਂ, ਇਸ ਬਾਰੇ ਅੱਜ ਆਪਾਂ ਮਾੜੀ ਜੀ ਗੱਲ ਕਰਦੇ ਹਾਂ। ਕੌਮਾਂ ਹੋਂਦ ਦੀ ਲੜਾਈ ਉਸ ਜਜ਼ਬੇ 'ਚੋਂ ਲੜਦੀਆਂ, ਉਸ ਚਿੰਗ 'ਚੋਂ ਲੜਦੀਆਂ ਜਿਹੜੇ ਗੁਰੂ ਨਾਨਕ ਸਾਹਿਬ ਸਾਡੇ ਰਹਿਬਰ 10ਵੇਂ ਪਾਤਸ਼ਾਹ, ਉਹ ਸ਼ਮਸ਼ੇਰ ਦੁੱਲਾ ਸਾਡੇ ਅੰਦਰ ਲਾ ਗਿਆ ਸੀ। ਸੋ ਜਿਹੜੀ ਅੱਜ ਐਡਾ ਵੱਡਾ ਭਾਰ ਤੁਸੀਂ ਦੇਖਿਆ ਨਹੀਂ ਸੀ, ਅਸੀਂ ਕੋਈ ਪਹਿਲਾਂ ਮਿੱਥ ਕੇ ਨਹੀਂ ਗਏ ਸੀ। ਨਾ ਮੈਂ ਜੁਗਰਾਜ ਨੂੰ ਜਾਣਾ, ਨਾ ਜੁਗਰਾਜ ਮੈਨੂੰ ਜਾਣੇ। ਅਸੀਂ ਸਿਰਫ 26 ਜਨਵਰੀ ਨੂੰ ਉੱਥੇ ਹੀ ਮਿਲੇ। ਲਾਲ ਕਿਲ੍ਹਾ ਜਿਹੜਾ ਇਹਨਾਂ ਦਾ ਤਖਤ ਆ, ਅੱਜ ਉੱਥੇ ਟਰੈਕਟਰ ਤੇ ਖੜ ਕੇ ਦੋਵਾਂ ਭਰਾਵਾਂ ਨੇ ਜਕਾਰੇ ਪੜਾਏ ਆ।
ਇਹ ਤੁਸੀਂ ਵੀਡੀਓ ਕੱਢ ਕੇ ਦੇਖ ਲਓ। ਐਡੀ ਚੜ੍ਹਦੀ ਕਲਾ ਯਾਰ, ਐਡੀ ਚੜ੍ਹਦੀ ਕਲਾ ਵੀ ਪੰਜਾਬ 'ਚ ਹਰ ਸ਼ਖਸ ਇੱਥੇ ਹਰ ਕਿਸੇ ਧਰਮ ਜਾਤ ਨੂੰ ਫਿਰਕੇ ਨੂੰ ਸੰਬੰਧ ਰੱਖਦਾ ਹੋਵੇ, ਉਹਦੇ ਮੂੰਹ ਤੇ ਇੱਕੋ ਹੀ ਆਵਾਜ਼ ਸੀ ਵੀ ਆਹ ਤਾਂ ਨਜ਼ਾਰੇ ਲਿਆਦੇ ਯਾਰ, ਦਿਖਾਤਾ ਸਿੰਘਾਂ ਨੇ ਵੀ ਪੰਜਾਬ 'ਚ ਪੰਜਾਬ ਦੇ ਉਹਦੇ ਹੁੰਦੇ ਕੀ ਆ। ਸੋ ਹੋਂਦ ਦਾ ਪ੍ਰਗਟਾਵਾ ਕੀਤਾ। ਇਸ ਹੋਂਦ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਗਟ ਹੋਇਆ ਪੰਥ, ਇਹਨੂੰ ਕੋਈ ਨਹੀਂ ਮਿਟਾ ਸਕਦਾ। ਜਿੰਨੇ ਮਰਜ਼ੀ ਮੋਦੀਆਂ ਵਿੱਚ ਆ ਗਏ ਸੀ ਉਹਨਾਂ ਨੂੰ ਰੋਟੀਆਂ ਖਵਾਉਣ ਦੇ ਵੀ ਤਾਂ ਅਸੀਂ ਸਾਰੀ ਦੁਨੀਆ ਨੂੰ ਕਿਹੜਾ ਨਾ ਖਵਾ ਦਈਏ, ਸੋਨੇ ਦੀਆਂ ਕੰਧਾਂ ਕਿਹੜਾ ਨਾ ਅਸੀਂ ਉਸਾਰ ਦਈਏ, ਪਰ ਤੁਸੀਂ ਸਾਡਾ ਖੁਰਾ ਖੋਜ ਮਿਟਾਉਣ ਤੇ ਤੁਲੇ ਹੋ। ਉਹ ਵੀਰ ਮੰਨੂ ਨੇ ਵਾਢੀਆਂ ਲੱਖ ਪਾਈਆਂ, ਬਥੇਰੇ ਨੇ ਸਾਡਾ ਖੁਰਾ ਖੋਜ ਮਿਟਾਉਣ ਦੀ ਗੱਲ ਕੀਤੀ ਹੈ। ਇਤਿਹਾਸ ਪਿਆ, ਇਤਿਹਾਸ ਗਵਾਹ। ਫਿਰ ਇਹੋ ਜਿਹਾ ਇਤਿਹਾਸ ਜਿਹਦੇ 'ਚ ਇੰਨਾ ਵੀ ਕੋਈ ਨੁਕਸ ਕੱਢ ਕੇ ਦਿਖਾ ਦੇ। 550 ਸਾਲ ਪਹਿਲਾਂ ਇਤਿਹਾਸ ਸਿਰਜਣਾ ਸ਼ੁਰੂ ਕੀਤਾ, ਉਸ ਇਤਿਹਾਸ 'ਚ ਇੰਨਾ ਵੀ ਕੋਈ ਨੁਕਸ ਕੱਢ ਕੇ ਦਿਖਾ ਦੇ, ਫਿਰ ਸਾਨੂੰ ਨੀਵੇਂ ਥਾਂ ਲਓ। ਤੇ ਜੇ ਨਹੀਂ ਦਿਖਾ ਸਕਦੇ ਫਿਰ ਇਸ ਕੌਮ ਦੀ ਸਰਪ੍ਰਸਤੀ ਕਬੂਲ ਕਰੋ, ਇਸ ਪੰਥ ਦੀ ਸਰਪ੍ਰਸਤੀ ਕਬੂਲ ਕਰੋ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਪੰਥ ਆ, ਉਹ ਆਪ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚਲਾਉਂਦਾ, ਇਹਦਾ ਖੁਰਾ ਖੋਜ ਨਹੀਂ ਕੋਈ ਮਿਟਾ ਸਕਦਾ। ਸੋ ਲੜਾਈ ਹੋਂਦ ਦੀ ਲੜੀ ਜਾਂਦੀ ਆ, ਗੁਰੂ ਦੀ ਸ਼ਰਨ 'ਚ ਉਹਦੇ ਤੇ ਭਰੋਸਾ ਰੱਖ ਕੇ ਲੜੀ ਜਾਊਗੀ। ਸਾਨੂੰ ਜ਼ਮੀਨਾਂ ਜਮਾਨਾਂ ਨਹੀਂ ਚਾਹੀਦੀਆਂ ਜਦੋਂ ਤੱਕ ਸਾਡੇ ਕੋਲ ਉਹ ਜ਼ਮੀਰ ਜਿਉਂਦੀ ਆ। ਅਸੀਂ ਜ਼ਮੀਨਾਂ ਵੀ ਬਚਾ ਲਾਂਗੇ, ਤੇ ਜੇ ਜ਼ਮੀਰ ਹੀ ਸਾਡੇ ਤੋਂ ਖੁੱਸ ਗਈ, ਗੁਰੂ ਦਾ ਭਰੋਸਾ ਹੀ ਸਾਡੇ ਤੋਂ ਖੁੱਸ ਗਿਆ, ਫਿਰ ਜ਼ਮੀਨਾਂ ਰੱਖ ਕੇ ਸਾਡਾ ਕੋਈ ਫਾਇਦਾ ਨਹੀਂ। ਸੋ ਨਤਮਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਹੋਣਾ, ਉਹ ਗੁਰੂ 'ਚ ਭਰੋਸਾ ਰੱਖ ਕੇ ਇਹ ਲੜਾਈ ਲੜੀ ਜਾਊਗੀ। ਇੰਨੀਆਂ ਕੁ ਗੱਲਾਂ ਅੱਜ ਆਪਾਂ ਕਰਨੀਆਂ ਸੀ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਾਸਤੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪ ਸਿੱਧੂ ਜੀ, ਅੱਜ ਤੁਸੀਂ ਵਾਂ ਤਾਰਾ ਸਿੰਘ ਵਿਖੇ ਪਹੁੰਚੇ ਜੇ, ਕੀ ਮਕਸਦ ਹੈ ਤੁਹਾਡਾ? ਮਕਸਦ ਤਾਂ ਜੀ ਇਹ ਆ ਵੀ ਜੁਗਰਾਜ ਸਾਡਾ ਸਿੰਘ ਸਜਿਆ ਹੈ ਨਾ, ਤੇ 26 ਜਨਵਰੀ ਨੂੰ ਜੋ ਵਰਤਾਰਾ ਵਾਪਰਿਆ, ਸਾਡੀ ਕੌਮ ਇੱਕ ਹੋਂਦ ਦੀ ਲੜਾਈ ਲੜ ਰਹੀ ਆ। ਉਸ ਹੋਂਦ ਦਾ ਪ੍ਰਗਟਾਵਾ ਕਰਕੇ ਜੋ ਕੌਮ ਨੇ ਆਪਦਾ ਇੱਕ ਦਬਦਬਾ ਦਿਖਾਇਆ, ਸੋ ਉਸੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪਾਠ ਆਰੰਭੇ ਗਏ ਸੀ। ਤੇ ਅੱਜ ਅਰਦਾਸ ਹੋਈ ਆ, ਦੇਗ ਵਰਤੀ ਆ ਜੀ। ਉਸ ਤੋਂ ਬਾਅਦ ਤੇ ਅਸੀਂ ਗੁਰੂ ਸਾਹਿਬ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ, ਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸਾਡੀ ਕੌਮ ਰਹੇ, ਸਾਡੇ ਕਿਸਾਨੀ ਸੰਘਰਸ਼ ਅਸੀਂ ਜਿੱਤ ਕੇ ਆਈਏ, ਤੇ ਸਾਡੇ ਜੁਗਰਾਜ ਵਰਗੇ ਯੋਧੇ ਇਹੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਨੂੰ ਹਮੇਸ਼ਾ ਦਿੰਦੇ ਰਹਿਣ, ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਇਹਨਾਂ ਗੱਲਾਂ ਤੋਂ ਪ੍ਰੇਰਿਤ ਹੋ ਸਕਣ। ਇਹੀ ਮਕਸਦ ਸੀ। ਜੋ ਕੱਲ ਜੀ ਹਰਿਆਣੇ ਦੇ ਵਿੱਚ ਭਾਣਾ ਵਾਪਰਿਆ, ਜਿਹੜੇ ਆਪਣੇ ਕਿਸਾਨ ਵੀਰ ਸਨ, ਪੰਜਾਬ ਦੇ ਸਨ, ਕੁਝ ਹਰਿਆਣੇ ਦੇ, ਪਰ ਜਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਭਜਾ ਕੇ ਕੁੱਟਿਆ, ਤੇ ਉਹਦੇ ਪਿੱਛੇ ਕੋਈ ਵਜ੍ਹਾ, ਕੋਈ ਜਿਸ ਤਰੀਕੇ ਦੇ ਨਾਲ, ਐਸਾ ਤਾਂ ਨਹੀਂ ਹੈ ਵੀ ਜਿਹੜਾ ਇਲੈਕਸ਼ਨ ਆ ਰਿਹਾ 2022 ਦਾ ਵਿਧਾਨ ਸਭਾ ਵਾਲਾ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਘੜੇੜਿਆ ਜਾਵੇ। ਦੇਖੋ, ਪਹਿਲੇ ਦਿਨ ਤੋਂ ਹੀ ਅਸੀਂ ਕਲੀਅਰ ਹਾਂ ਵੀ ਇਹ ਤਾਨਾਸ਼ਾਹੀ ਕੰਮ ਕਰ ਰਹੇ ਆ, ਹੈ ਨਾ। ਇੱਥੇ ਕੋਈ ਲੋਕਤੰਤਰ ਦਾ ਕੋਈ ਢਾਂਚਾ ਨਹੀਂ ਆ, ਇਹ ਤਾਨਾਸ਼ਾਹ ਬਣੇ ਹੋਏ ਆ। ਅੱਜ ਸਾਲ ਦੇ ਕਰੀਬ ਹੋਣ ਆ ਗਿਆ, ਤੁਸੀਂ ਵੇਖੋ, ਹੈ ਨਾ, ਸਾਲ ਤੋਂ ਉੱਤੇ ਹੋ ਗਿਆ ਜਦੋਂ ਕਿਸਾਨੀ ਸੰਘਰਸ਼ ਆਪਾਂ ਸ਼ੁਰੂ ਕੀਤਾ। ਇਹਨਾਂ ਨੇ ਕਿਸੇ ਤਰ੍ਹਾਂ ਕੋਈ ਇਨਸਾਨੀਅਤ ਵਾਲੀ ਗੱਲ ਕੀਤੀ ਆ? ਇੱਕ ਵੀ ਗੱਲ ਦੱਸ ਦਿਓ ਜੋ ਕੱਲ ਹੋਈ ਦੇਖ ਕੇ ਕਿੰਨਾ ਦਿਲ ਦੁਖੇ ਆ, ਹੈ ਨਾ। ਉਹੀ ਗੱਲ ਆ, ਹਿਰਦੇ ਬਲੁੰਦਰੇ ਗਏ ਜਦੋਂ ਸਾਡੇ ਬਜ਼ੁਰਗ ਇਹ ਜਿਸ ਤਰ੍ਹਾਂ ਉਹਨਾਂ ਨੇ ਲਾਠੀ ਚਾਰਜ ਕੀਤਾ। ਮੈਂ ਇੱਕ ਵਾਰੀ ਬਜ਼ੁਰਗਾਂ ਨੂੰ ਇਹ ਗੱਲ ਕਹਿਣਾ, ਤੁਸੀਂ ਨੌਜਵਾਨਾਂ ਨੂੰ ਹੋਕਾ ਤਾਂ ਦਿਓ, ਤੁਹਾਨੂੰ ਫਿਰ ਦਿਖਾਈਏ ਅਸੀਂ ਪੈਂਤਰੇ, ਹੈ ਨਾ। ਗੱਲ ਇਹ ਆ ਵੀ ਤੁਸੀਂ ਬੜਾ ਇਹਨਾਂ ਦੇ ਸਾਹਮਣੇ
ਹੱਥ ਜੋੜ ਕੇ ਸੰਘਰਸ਼ ਕਰ ਲਿਆ। ਇੱਕ ਵਾਰੀ ਨੌਜਵਾਨਾਂ ਨੂੰ ਹੋਕਾ ਤਾਂ ਦਓ, ਫਿਰ ਇਹਨਾਂ ਨੂੰ ਵਾਹਣੀ ਨਾ ਪਾਈਏ, ਫਿਰ ਵੇਖਦੇ ਆ ਕਿਵੇਂ ਇਹ ਲਾਠੀ ਚਾਰਜ ਕਰਦੇ ਆ, ਹੁੰਦਾ ਕੀ ਆ। ਦੀਪ ਸਿੱਧੂ ਜੀ, ਤੁਹਾਡੇ ਵੱਲੋਂ ਜਥੇਬੰਦੀਆਂ ਨਾਲ ਮਿਲ ਕੇ ਸੰਘਰਸ਼ ਲੜਿਆ ਜਾ ਰਿਹਾ ਕਿ ਕੁਝ ਵਖਰੇਵਾਂ ਹੈ? ਨਹੀਂ ਜੀ, ਦੇਖੋ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ ਜਿਹੜੇ ਕਿ ਹੈਗੇ ਵੀ ਆ, ਪਰ ਸੰਘਰਸ਼ ਤਾਂ ਸਾਂਝਾ ਨਾ, ਇਕੱਠੇ ਲੜ ਰਹੇ ਆ। ਇਸੇ ਕਰਕੇ ਸ਼ੰਭੂ ਤੇ ਚਾਹੇ ਅੱਡ ਬੈਠੇ ਰਹੇ, ਕਿਉਂਕਿ ਉਦੋਂ ਪੰਜਾਬ ਦੀ ਧਰਤੀ ਤੋਂ ਸੰਘਰਸ਼ ਲੜਿਆ ਜਾ ਰਿਹਾ ਸੀ ਤੇ ਉਦੋਂ ਵੱਖ-ਵੱਖ ਧਰਨੇ ਪੰਜਾਬ 'ਚ ਸਾਰੀਆਂ ਥਾਵਾਂ ਤੇ ਲੱਗੇ ਹੋਏ ਸੀ। ਉਸੇ ਤਰ੍ਹਾਂ ਇੱਕ ਸ਼ੰਭੂ ਮੋਰਚਾ ਲੱਗਿਆ ਸੀ, ਪਰ ਜਿੱਦਾਂ ਦਿੱਲੀ ਗਏ ਆ ਕੋਈ ਵੱਖਰੀ ਸਟੇਜ ਨਹੀਂ ਲਾਈ, ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ। ਜਦੋਂ ਮੈਨੂੰ ਉਹਨਾਂ ਨੇ, ਸਾਡੇ ਬਜ਼ੁਰਗਾਂ ਨੇ ਇਹ ਗੱਲ ਆਖੀ ਵੀ ਤੁਸੀਂ ਸਟੇਜ ਤੋਂ ਨਹੀਂ ਬੋਲਣਾ, ਮੈਂ ਕਿਹਾ ਸਿਰ ਮੱਥੇ, ਥੱਲੇ ਸੰਗਤ 'ਚ ਜਾ ਕੇ ਬੈਠੇ ਰਹੇ, ਹਨਾ। ਸੋ ਇਸ ਗੱਲ ਨੂੰ ਪ੍ਰਚਾਰਿਆ ਬਹੁਤ ਗਿਆ ਵੀ ਦੀਪ ਸਿੱਧੂ ਕੋਈ ਵੱਖ ਸੰਘਰਸ਼ ਲੜ ਰਿਹਾ ਨਹੀਂ, ਸੰਘਰਸ਼ ਸਾਂਝਾ। ਵਿਚਾਰਾਂ ਦਾ ਵਖਰੇਵਾਂ ਹੋ ਸਕਦਾ, ਬਿਰਤਾਂਤ ਵੱਖਰਾ ਹੋ ਸਕਦਾ, ਉਹਦੇ ਨਾਲ ਸੰਘਰਸ਼ 'ਚ ਅਸੀਂ ਪਾਟੋ ਧਾੜ ਹੋਈਏ ਜਾਂ ਵੱਖਰਾ ਸੰਘਰਸ਼ ਹੋਵੇ, ਉਹਦਾ ਮਤਲਬ ਇਹ ਕਦੇ ਵੀ ਨਹੀਂ। ਇੱਕ ਮਿੰਟ ਭਾਜੀ, ਇੱਕ ਅਹਿਮ ਸਵਾਲ ਹੈ, ਜਦੋਂ ਤੱਕ ਜੁਗਰਾਜ ਸਿੰਘ 26 ਜਨਵਰੀ ਨੂੰ ਝੰਡਾ ਚਲਾਉਂਦਾ ਹੈ, ਬਹੁਤ ਵਧੀਆ, ਆਪਾਂ ਸ਼ਾਬਾਸ਼ ਦਿੰਦੇ ਹਾਂ, ਪਰ ਉਹਦੀ ਜ਼ਿੰਮੇਵਾਰੀ ਲੈਣ ਲਈ ਕੋਈ ਜਥੇਬੰਦੀ ਤਿਆਰ ਨਹੀਂ ਹੁੰਦੀ ਬੜਾ ਚਿਰ, ਕਾਰਨ ਕੀ ਰਿਹਾ? ਇਹ ਦੇਖੋ ਤੁਸੀਂ, ਜਦੋਂ 26 ਜਨਵਰੀ ਨੂੰ ਖਾਲਸਾਈ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਇੱਕ ਖਾਲੀ ਪੋਲ ਤੇ ਲਾਇਆ ਗਿਆ, ਹਨਾ, ਉਦੋਂ ਬਾਅਦ ਕੋਈ ਜਥੇਬੰਦਕ ਢਾਂਚਾ, ਕੋਈ ਕਿਸਾਨੀ ਜਥੇਬੰਦੀ ਜਾਂ ਕੋਈ ਸ਼ਖਸੀਅਤ ਸਾਡੇ ਹੱਕ 'ਚ ਆ ਕੇ ਨਹੀਂ ਬੋਲਦੀ। ਉਸੇ ਦਿਨ ਮੈਂ ਸੁਖਦੇਵ ਦੇ ਢਾਬੇ ਤੇ ਜਦੋਂ ਮੋਰਚੇ 'ਚ ਵਾਪਸ ਆਇਆ, ਟਰੈਕਟਰ ਤੇ ਬਹਿ ਕੇ ਹਿੰਦੀ 'ਚ ਸੰਬੋਧਨ ਕੀਤਾ ਵੀ ਅਸੀਂ ਕੁਝ ਗਲਤ ਨਹੀਂ ਕੀਤਾ। ਪੂਰੇ ਅਰਸੇ ਦੌਰਾਨ ਉਸ ਗੱਲ ਤੇ ਹੀ ਖੜੇ ਰਹੇ ਆ, ਇਸੇ ਗੱਲ ਤੇ ਪਹਿਰਾ ਦਿੰਦੇ ਰਹੇ ਆ ਵੀ ਅਸੀਂ ਕੁਝ ਗਲਤ ਨਹੀਂ ਕੀਤਾ। ਇਹਦਾ ਹੁਣ ਸੁਣੋ ਕਾਰਨ। ਜਦੋਂ ਕਿਸਾਨ ਆਪਦਾ ਹੱਕ ਲੈਣ ਜਾਂਦੇ ਆ ਤੇ ਉਸ ਰੋਸ ਦਾ ਪ੍ਰਗਟਾਵਾ ਕਰਦੇ ਆ, ਜਿਹੜੀਆਂ ਅਸੀਂ ਕਹੀਏ ਸਪਿਰਿਟ ਦੇ ਥੱਲੇ ਸਾਡਾ ਸੰਘਰਸ਼ ਲੜਿਆ ਜਾ ਰਿਹਾ ਸੀ, ਕਿਸਾਨੀ ਸੰਘਰਸ਼, ਉੱਥੇ ਨਿਸ਼ਾਨ ਸਾਹਿਬ, ਕਿਸਾਨੀ ਝੰਡਾ ਤੇ ਤਿਰੰਗਾ, ਤਿੰਨ ਸਪਿਰਿਟਾਂ ਦੇ ਥੱਲੇ ਸਾਡਾ ਸੰਘਰਸ਼ ਲੜਿਆ ਜਾ ਰਿਹਾ ਸੀ। ਉਸ ਤਿੰਨੇ ਸਪਿਰਿਟਾਂ ਦਾ ਉੱਥੋਂ ਪ੍ਰਗਟਾਵਾ ਹੋਇਆ। ਤਿਰੰਗਾ ਪਿੱਛੇ ਝੂਲਦਾ ਸੀ, ਕਿਸੇ ਨੇ ਹੱਥ ਨਹੀਂ ਲਾਇਆ। ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਇੱਕ ਖਾਲੀ ਪੋਲ ਤੇ ਲਾਤੇ। ਸਰਕਾਰ ਨੇ ਬਦਨਾਮ ਕਰਨ ਵਾਸਤੇ ਇੱਕ ਬਿਰਤਾਂਤ ਰਚਤਾ ਆਪਦੇ ਚੈਨਲਾਂ ਦੇ ਥਰੂ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਹ ਜਿਹੜਾ ਸਾਰਾ ਕੁਝ ਵਾਪਰਿਆ ਇੱਕ ਧਾਰਮਿਕ ਰੰਗਤ ਦੇਤੀ ਉਹਨੂੰ। ਸਾਡੇ ਬੰਦੇ ਉਨੀ ਗੱਲ ਤੋਂ ਘਬਰਾ ਕੇ ਸਾਥ ਨਹੀਂ ਦੇ ਸਕੇ। ਫਿਰ ਦੇਖੋ ਕਿਵੇਂ ਹੌਲੀ ਹੌਲੀ ਸਾਥ ਦਿੰਦੇ ਆਏ ਆ, ਫਿਰ ਕਿਵੇਂ ਪੈਰਵਾਈ ਸਟਾਰਟ ਹੋਈ, ਫਿਰ ਕਿਵੇਂ ਸਾਨੂੰ ਯੋਧਿਆਂ ਦੇ ਦਰਜੇ ਦਿੱਤੇ ਗਏ, ਉੱਦਾਂ ਹੀ ਗਦਾਰਾਂ ਦੇ ਸਰਟੀਫਿਕੇਟ ਵੰਡੇ ਗਏ, ਉੱਦਾਂ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਬੰਦੇ ਹੀ ਨਹੀਂ ਆ। ਸੋ ਗੱਲ ਨੂੰ ਸਮਝ ਕੇ ਉਸੇ ਵੇਲੇ ਗੱਲ ਤੇ ਪਹਿਰਾ ਦੇਣਾ ਤੇ ਆਪਦੇ ਬੰਦਿਆਂ ਦੇ ਨਾਲ ਖੜਨਾ ਯੋਗਤੀ ਜਿੱਤ ਦੀ ਇਹ ਆ। ਜੇ ਅਸੀਂ ਉਸ ਵੇਲੇ ਨਹੀਂ ਖੜੇ, ਅੱਜ ਹਜੇ ਤੱਕ ਅਸੀਂ ਸੜਕਾਂ ਤੇ ਬੈਠੇ ਹਾਂ। ਜੇ ਉਸ ਵੇਲੇ ਖੜ ਜਾਂਦੇ ਤਾਂ ਉਦਾਂ ਹੀ ਸਾਡੇ ਹੱਕ 'ਚ ਫੈਸਲੇ ਆ ਜਾਣੇ ਸੀ। ਬੜੀ ਕਿਰਪਾ ਵਰਤ ਗਈ ਸੀ ਮਹਾਰਾਜ ਦੀ, ਤੇ ਉਸ ਕਿਰਪਾ ਨੂੰ, ਉਸ ਹੁਕਮ ਨੂੰ ਜੇ ਪਛਾਣ ਜਾਂਦੇ ਤਾਂ ਗੱਲ ਕੁਝ ਹੋਰ ਸੀ। ਦੇਖੋ ਗੱਲ ਇਹ ਆ ਨਾ, ਸਾਨੂੰ ਇਹ ਗੱਲ ਸਮਝਣੀ ਪਊਗੀ, ਇਹ ਮਸਲਾ ਹੀ ਪੋਲੀਟੀਕਲ ਆ। ਇਹ ਮਸਲਾ ਪੋਲੀਟੀਕਲ ਸਟਰਕਚਰਲ ਸ਼ਿਫਟ ਦਾ ਮਸਲਾ ਸਿਰਫ 3 ਖੇਤੀ ਕਾਨੂੰਨਾਂ ਤੱਕ ਸੀਮਤ ਨਹੀਂ ਆ। ਜਦੋਂ ਤੱਕ ਅਸੀਂ ਉਹ ਸਟਰਕਚਰਲ ਸ਼ਿਫਟ ਨਹੀਂ ਲੈ ਕੇ ਆਵਾਂਗੇ, ਖੁਦ ਮੁਖਤਿਆਰ ਨਹੀਂ ਹੁੰਦੇ, ਵੱਧ ਅਧਿਕਾਰ ਨਹੀਂ ਮਿਲਦੇ ਸਾਨੂੰ, ਖੁਦ ਮੁਖਤਿਆਰੀ ਦੀ ਅਸੀਂ ਗੱਲ ਕਰ ਰਹੇ ਹਾਂ ਨਾ, ਉਦੋਂ ਤੱਕ ਇਹੋ ਜਿਹੇ ਕਾਨੂੰਨ ਬਣਦੇ ਰਹਿਣਗੇ ਤੇ ਅਸੀਂ ਧਰਨੇ ਲਾ ਹੱਲ ਲੱਭਦੇ ਰਹਾਂਗੇ। ਹੱਲ ਨਹੀਂ ਸਾਨੂੰ ਮਿਲਣਾ, ਸਾਨੂੰ ਲੜਨਾ ਪੋਲੀਟੀਕਲ ਸਟਰਕਚਰਲ ਸ਼ਿਫਟ ਲਈ ਪਊਗਾ। ਆਪਦੀ ਸਿਆਸਤ ਨਵੇਂ ਸਿਰਿਓਂ ਘੜਨੀ ਪਊਗੀ। ਦੀਪ ਸਿੱਧੂ ਜੀ, ਕਿਸਾਨੀ ਜਥੇਬੰਦੀ ਜਾਂ ਤੁਹਾਡੀ ਜਥੇਬੰਦੀ ਆਉਣ ਵਾਲੀਆਂ 2022 ਵਿੱਚ ਵਿਧਾਨ ਸਭਾ ਚੋਣਾਂ ਲੜੇਗੀ? ਨਹੀਂ ਜੀ, ਇਹ ਤਾਂ ਗੱਲ ਆਏ ਆ, ਇਹ ਤਾਂ ਸਾਡੇ ਕਿਸਾਨ ਜਿਹੜੇ ਆਗੂ ਆ ਜਾਂ ਹੋਰ ਜਿਹੜੇ ਸਾਡੇ ਸੂਝਵਾਨ, ਜਿਵੇਂ ਬਾਪੂ ਡਿਬਡਬਾ ਜੀ ਆ, ਹੋਰ ਬੜੇ ਸਾਡੇ ਸੂਝਵਾਨ ਬੰਦੇ ਆ ਸਾਰੇ, ਹਨਾ, ਉਹਨਾਂ ਨੇ ਫੈਸਲਾ ਕਰਨਾ। ਮੈਂ ਤਾਂ ਉਸ ਹਰ ਸ਼ਖਸ ਦੇ ਨਾਲ, ਹਰ ਜਥੇਬੰਦੀ ਦੇ ਨਾਲ ਆ, ਜਾਂ ਜਗਰਾਜ ਵੀ ਉਸ ਹਰ ਸ਼ਖਸ ਜਾਂ ਜਥੇਬੰਦੀ ਨਾਲ ਆ ਜਿਹੜੀ ਪੰਜਾਬ ਪ੍ਰਸਤ ਆ ਤੇ ਪੰਥ ਪ੍ਰਸਤ ਆ। ਠੀਕ ਹੈ ਜੀ। ਦੀਪ ਜੀ, ਜਿਹੜਾ ਦਿੱਲੀ ਸੰਘਰਸ਼ ਚੱਲ ਰਿਹਾ, ਕੀ ਉਹ ਆਪਾਂ ਜਿੱਤ ਕੇ ਵਾਪਸ ਆਵਾਂਗੇ? ਇਹਦਾ ਜਵਾਬ ਤਾਂ ਜੁਗਰਾਜ ਸਿੰਘ ਤੋਂ ਲਓ, ਸਾਡੇ ਸਿੰਘ ਸਾਹਿਬ ਤੋਂ ਲਓ ਜੀ ਇਹਦਾ ਜਵਾਬ। ਹਾਂਜੀ, ਮੈਂ ਜੁਗਰਾਜ ਸਿੰਘ ਜੀ, ਇਸ ਤਰੀਕੇ ਦੇ ਨਾਲ ਹੁਣ ਬੈਠੀਆਂ ਆਪਣੀਆਂ ਜਥੇਬੰਦੀਆਂ ਦਾਅਵਾ ਕਰਦੀਆਂ ਵੀ ਜਿੱਤਾਂਗੇ, ਤੇ ਤੁਹਾਨੂੰ ਲੱਗਦਾ ਵੀ ਜਿੱਤ ਪ੍ਰਾਪਤ ਕਰਕੇ ਮੁੜਨੀਆਂ? ਵੇਖੋ ਜੀ, ਇਹਦਾ ਬਾਰੇ ਤਾਂ ਪਹਿਲਾਂ ਹੀ ਜਾਣਨਾ ਅਸੀਂ ਪਾ ਚੁੱਕੇ ਹਾਂ। ਜੇ ਜਿੱਤ ਪ੍ਰਾਪਤ ਕਰਨੀ ਹੁੰਦੀ ਤਾਂ ਉਦੋਂ ਸਾਡਾ ਸਟੈਂਡ ਲੈਂਦੇ।
ਜੇ ਜਿੱਤ ਪ੍ਰਾਪਤ ਕਰਨੀ ਹੁੰਦੀ ਤਾਂ ਉਹ ਤਾਂ ਸਾਡਾ ਸਟੈਂਡ ਲੈਂਦੇ। ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਜਿਵੇਂ ਬਾਈ ਨੇ ਕਿਹਾ ਗੁਰੂ ਦੇ ਅਧੀਨ ਚੱਲਾਂਗੇ, ਗੁਰੂ ਤੋਂ ਆਗਿਆ ਲੈ ਕੇ ਜਿੱਤ ਪ੍ਰਾਪਤ ਜ਼ਰੂਰ ਕਰਾਂਗੇ। ਇਹਨਾਂ ਕਾਮਰੇਡਾਂ ਤੋਂ ਜਿੱਤ ਤਾਂ ਨਹੀਂ ਹੋਣੀ, ਮੈਂ ਖੁਦ ਕਹਿੰਦਾ ਇਹਨਾਂ ਤੋਂ ਨਹੀਂ ਹੋਣੀ ਜਿੱਤ ਪ੍ਰਾਪਤ। ਇਹ ਤਾਂ ਖੁਦ ਆਪਣੀ ਇਲੈਕਸ਼ਨ ਨੂੰ ਡੀਕ ਰਹੇ ਆ। ਪਰ ਪੰਜਾਬ ਦੇ ਨੌਜਵਾਨ ਤੁਹਾਨੂੰ ਬਹੁਤ ਚਾਹੁੰਦੇ ਨੇ, ਦਿਲੀ ਤੁਹਾਡਾ ਸਤਿਕਾਰ ਕਰਦੇ ਆ, ਪਰ ਤੁਹਾਡੀ ਉਡੀਕ ਵੀ ਕਰਦੇ ਆ ਵੀ ਕਿਤੇ ਨਾ ਕਿਤੇ ਨੌਜਵਾਨ ਨਿਤਰ ਤੇ ਅਸੀਂ ਇਹਨਾਂ ਦਾ ਸਾਥ ਦਈਏ ਕਿ ਹਾਂ ਤਾਂ ਕਰਕੇ ਦੇਖੋ। ਹਾਂਜੀ ਹਾਂਜੀ ਐਸਾ ਵੀ ਹੈ। ਹਾਂਜੀ ਕੀ ਤੁਹਾਡਾ ਪਲਾਨ ਕੀ ਹੈ? ਬਿਲਕੁਲ ਜੀ, ਨੌਜਵਾਨ ਜਿਵੇਂ ਕਹਿਣਗੇ ਆਪਾਂ ਕੌਮ ਲਈ ਲੜਾਂਗੇ, ਸੰਘਰਸ਼ਾਂ ਨੂੰ ਕਾਇਮ ਰੱਖਾਂਗੇ, ਜਿੱਤ ਪ੍ਰਾਪਤ ਜ਼ਰੂਰ ਕਰਾਂਗੇ। ਹਾਂਜੀ ਦੀਪ ਸਿੱਧੂ ਵੀਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਲਗਜ਼ਰੀ ਲਾਈਫ ਛੱਡੀ ਹੈ ਤੇ ਤੁਹਾਨੂੰ ਕਿਤੇ ਨਿਰਾਸ਼ਤਾ ਇਹਨਾਂ ਤੋਂ ਤੁਸੀਂ ਜ਼ਾਹਰ ਵੀ ਕੀਤਾ ਵੀ ਬਹੁਤ ਨਿਰਾਸ਼ਤਾ ਆ ਸਾਨੂੰ ਵੀ ਇਹਨਾਂ ਤੋਂ, ਇਹਨਾਂ ਦਾ ਫਰਜ਼ ਬਣਦਾ ਸੀ ਵੀ ਗਲਵੱਕੜੀ ਚ ਲੈਂਦੇ। ਨਹੀਂ ਉਹ ਦੇਖੋ ਉਹ ਗੱਲਾਂ ਹੁਣ ਨਾ ਪਿੱਛੇ ਰਹਿ ਗਈਆਂ। ਅੱਜ ਫੇਰ ਅਸੀਂ ਉੱਥੇ ਖੜੇ ਆ ਜਿੱਥੇ ਅਸੀਂ ਜਿੱਤ ਕੇ ਆਉਣਾ। ਪਰ ਜਿਵੇਂ ਜੁਗਰਾਜ ਸਿੰਘ ਨੇ ਗੱਲ ਕਹੀ ਆ ਵੀ ਜਿੱਤ ਤਾਂ ਹੀ ਪ੍ਰਾਪਤ ਹੋਊ ਜੇ ਇਸ ਗੁਰੂ ਦੀ ਅਗਵਾਈ 'ਚ ਚੱਲੋਗੇ, ਜੇ ਗੁਰੂ ਮਹਾਰਾਜ ਨੂੰ ਅਰਦਾਸ ਕਰਕੇ ਤੁਰੋਗੇ ਤੇ ਉਸ ਹੁਕਮ ਨੂੰ ਪਛਾਣੋਗੇ, ਜਿੱਤ ਤਾਂ ਪ੍ਰਾਪਤ ਹੋਣੀ ਆ ਪੰਜਾਬ ਨੂੰ, ਇਸ ਧਰਤੀ ਨੂੰ। ਗੁਰੂ ਦੀ ਅਗਵਾਈ ਤੋਂ ਬਿਨਾ ਤੇ ਗੁਰੂ ਨੂੰ ਅਰਦਾਸ ਕਰੇ ਬਿਨਾ, ਉਹਦੇ ਤੋਂ ਭਰੋਸੇ ਤੋਂ ਬਿਨਾ ਜੇ ਅਸੀਂ ਕਹੀਏ ਅਸੀਂ ਜਿੱਤ ਜਾਾਂਗੇ, ਅਸੀਂ ਛਿੱਤਰ ਖਾਵਾਂਗੇ, ਅਸੀਂ ਜਿੱਤ ਨਹੀਂ ਸਕਦੇ। ਇੰਨੀਆਂ ਕੁ ਗੱਲਾਂ ਆਪਾਂ ਅੱਜ ਇੱਥੇ ਸਮਾਪਤੀ ਕਰੀ। ਧੰਨਵਾਦ ਜੀ।